ਮਨੁੱਖ ਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਹੈ, ਪਰ ਉਹ ਅਭਾਗਾ ਉਸਦਾ ਸੁੱਖ ਕਿੱਥੇ ਲੈ ਸਕਿਆ। ਲਾਲਸਾ ਤੇ ਵਾਸਨਾ ਵਿੱਚ ਉਸਨੇ ਉਸ ਦੈਵੀ ਵਰਦਾਨ ਦੀ ਦੁਰਵਰਤੋਂ ਕੀਤੀ ਅਤੇ ਜੋ ਆਨੰਦ ਮਿਲ ਸਕਦਾ ਸੀ ਉਸ ਤੋਂ ਵਾਂਝਾ ਹੋ ਗਿਆ। ਉਹ ਪ੍ਰਸ਼ੰਸਾ ਦੇ ਯੋਗ ਪ੍ਰਾਣੀ ਹੈ, ਰਹਿਮ ਦੇ ਲਾਇਕ ਹੈ, ਪਰ ਸ੍ਰਿਸ਼ਟੀ ਦੇ ਹੋਰ ਜੀਵ ਅਜਿਹੀ ਮੂਰਖਤਾ ਨਹੀਂ ਕਰਦੇ। ਉਹਨਾਂ ਦੀ ਚੇਤਨਾ ਦੀ ਮਾਤਰਾ ਘੱਟ ਹੋ ਸਕਦੀ ਹੈ, ਪਰ ਭਾਵਨਾ ਨੂੰ ਆਪਣੀ ਭਾਵਨਾ ਨਾਲ ਮਿਲਾ ਕੇ ਫਿਰ ਇਕੱਲਤਾ ਕਿੱਥੇ ਹੈ। ਸਾਰੇ ਤੁਹਾਡੇ ਸਾਥੀ ਹਨ, ਸਾਰੇ ਤੁਹਾਡੇ ਭਰਾ ਹਨ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ। ਪੁਸਤਕ ਦਾ ਨਾਮ ਸੁਨਸਾਨ ਦੇ ਸਹਿਚਰ। ਪੁਸਤਕ ਦੀ ਜਾਣਕਾਰੀ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸੁਨਸਾਨ ਅਤੇ ਇਕੱਲਤਾ ਕਿਸ ਨੂੰ ਚੰਗੀ ਲੱਗਦੀ ਹੈ, ਪਰ ਸਾਡੇ ਵਿੱਚੋਂ ਕਿਸੇ ਨੇ ਕਦੇ ਇਹ ਨਹੀਂ ਸੋਚਿਆ ਹੋਵੇਗਾ ਕਿ ਅਸੀਂ ਚਾਹੀਏ ਤਾਂ ਸੁਨਸਾਨ ਵਿੱਚ ਵੀ ਆਪਣੇ ਸਹਿਚਰ ਲੱਭ ਸਕਦੇ ਹਾਂ ਅਤੇ ਤੁਸੀਂ ਉਹਨਾਂ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹੋ। ਲੇਖਕ ਨੇ ਅਜਿਹਾ ਹੀ ਕੀਤਾ ਹੈ। ਪੁਸਤਕ ਵਿੱਚੋਂ ਕੁਝ ਪ੍ਰਸ਼ਨ। ਜੇਕਰ ਇਕਾਂਤ ਦਾ ਕੋਈ ਮਹੱਤਵ ਨਹੀਂ ਹੁੰਦਾ ਤਾਂ ਸਮਾਧੀ ਅਤੇ ਆਤਮ ਦਰਸ਼ਨ ਦੇ ਲਈ ਉਸਦੀ ਤਲਾਸ਼ ਕਿਉਂ? ਸਵੈ ਅਧਿਐਨ ਚਿੰਤਨ ਦੇ ਲਈ ਤਪੱਸਿਆ ਅਤੇ ਧਿਆਨ ਦੇ ਲਈ ਸੁੰਨਾਪਨ ਕਿਉਂ ਖੋਜਿਆ ਜਾਂਦਾ? ਦੂਰਦਰਸ਼ੀ ਮਹਾਂਪੁਰਖਾਂ ਦਾ ਕੀਮਤੀ ਸਮਾਂ ਉਸ ਬੇਚੈਨ ਇਕੱਲਤਾ ਵਿੱਚ ਕਿਉਂ ਗੁਜ਼ਾਰਨਾ ਹੁੰਦਾ? ਜੀਵ ਇਕੱਲਾ ਆਉਂਦਾ ਹੈ, ਇਕੱਲਾ ਜਾਂਦਾ ਹੈ, ਇਕੱਲਾ ਹੀ ਆਪਣੇ ਸਰੀਰ ਦੀ ਕੋਠੜੀ ਵਿੱਚ ਬੈਠਾ ਰੋਂਦਾ ਹੈ। ਕੀ ਇਸ ਨਿਰਧਾਰਿਤ ਇਕਾਂਤ ਵਿਧਾਨ ਵਿੱਚ ਉਸ ਨੂੰ ਕੁਝ ਬੇਆਰਾਮ ਪ੍ਰਤੀਤ ਹੁੰਦਾ ਹੈ? ਸੂਰਜ ਇਕੱਲਾ ਤੁਰਦਾ ਹੈ, ਚੰਨ ਇਕੱਲਾ ਚੜ੍ਹਦਾ ਹੈ, ਹਵਾ ਇਕੱਲੀ ਚਲਦੀ ਹੈ। ਕੀ ਉਹਨਾਂ ਨੂੰ ਇਸ ਵਿੱਚ ਕੋਈ ਤਕਲੀਫ ਹੈ? ਤੁਹਾਡੇ ਸਾਹਮਣੇ ਪੇਸ਼ ਹੈ ਇੱਕ ਛੋਟੀ ਜਿਹੀ ਪੁਸਤਕ ਜੋ ਲੇਖਕ ਦੁਆਰਾ ਸਾਲ 1958 ਵਿੱਚ ਕੀਤੇ ਗਏ ਇੱਕ ਵਿਸ਼ੇਸ਼ ਯਾਤਰਾ ਦਾ ਸੰਖੇਪ ਵਰਣਨ ਹੈ, ਜਿਸ ਵਿੱਚ ਉਹ 1 ਸਾਲ ਲਈ ਹਿਮਾਲਿਆ ਤਪੱਸਿਆ ਦੇ ਲਈ ਗਏ ਸੀ। ਉਹਨਾਂ ਨੇ ਹਿਮਾਲਿਆ ਦੇ ਉਹਨਾਂ ਦਿਵ ਸਥਾਨਾਂ ਵਿੱਚ ਰਹਿ ਕੇ ਵਿਸ਼ੇਸ਼ ਸਾਧਨਾ ਕੀਤੀ ਸੀ ਜਿੱਥੇ ਅਜੇ ਵੀ ਆਤਮ ਚੇਤਨਾ ਦੀ ਸ਼ਕਤੀ ਪ੍ਰਵਾਹ ਵਗਦੀ ਹੈ। ਪੁਸਤਕ ਦੇ ਕੁਝ ਅੰਸ਼। ਜੀਵਨ ਦੇ ਟੀਚੇ ਦਾ ਸਫ਼ਰ ਵੀ ਸਾਡੇ ਅੱਜ ਦੇ ਸਫ਼ਰ ਵਾਂਗ ਹੀ ਹੈ, ਜਿਸ ਵਿੱਚ ਹਰ ਕਦਮ ਸਾਵਧਾਨੀ ਨਾਲ ਚੁੱਕਣਾ ਪੈਂਦਾ ਹੈ। ਜੇਕਰ ਇੱਕ ਕਦਮ ਵੀ ਗਲਤ ਜਾਂ ਗਫਲਤ ਭਰਿਆ ਉੱਠ ਜਾਵੇ ਤਾਂ ਅਸੀਂ ਮਨੁੱਖੀ ਜੀਵਨ ਦੇ ਮਹਾਨ ਟੀਚੇ ਤੋਂ ਡਿੱਗਦੇ ਹੋਏ ਅਥਾਹ ਟੋਏ ਵਿੱਚ ਡਿੱਗ ਸਕਦੇ ਹਾਂ। ਜ਼ਿੰਦਗੀ ਸਾਨੂੰ ਪਿਆਰੀ ਹੈ, ਇਸ ਲਈ ਇਸ ਨੂੰ ਲਾਗੂ ਕਰਨ ਦਾ ਇੱਕ ਹੀ ਤਰੀਕਾ ਹੈ ਕਿ ਸਹੀ ਤਰੀਕੇ ਨਾਲ ਚਲਾਉਣ ਲਈ ਅਤੇ ਉਸ ਨੂੰ ਇਸ ਤੰਗ ਪੰਗ ਡੰਡੀ ਤੋਂ ਪਾਰ ਲਿਜਾਣ ਲਈ ਜਿੱਥੇ ਉਹ ਸ਼ਾਂਤੀਪੂਰਨ ਯਾਤਰਾ ਤੇ ਚੱਲ ਪਵੇਗਾ। ਮਨੁੱਖੀ ਜੀਵਨ ਵੀ ਓਨਾ ਹੀ ਜ਼ਿੰਮੇਵਾਰੀ ਨਾਲ ਭਰਿਆ ਹੋਇਆ ਹੈ ਜਿੰਨਾ ਉਸ ਗੰਗਾ ਕਿਨਾਰੇ ਦੇ ਤੰਗ ਪਗ ਡੰਡੀ ਤੇ ਤੁਰਨ ਵਾਲਿਆਂ ਦਾ। ਉਸਦੀ ਸਹੀ ਦੇਖਭਾਲ ਕਰਨ ਤੋਂ ਬਾਅਦ ਹੀ ਉਹ ਸੰਤੁਸ਼ਟੀ ਦਾ ਸਾਹ ਲੈ ਸਕਦਾ ਹੈ ਅਤੇ ਉਮੀਦ ਕਰਦਾ ਹੈ ਕਿ ਉਹ ਉਸ ਇੱਛਤ ਤੀਰਥ ਦੇ ਦਰਸ਼ਨ ਕਰ ਸਕੇਗਾ। ਸੰਸਾਰਿਕ ਛਨਿਕ ਅਤੇ ਸਾਰਹੀਨ ਆਕਰਸ਼ਣਾਂ ਵਿੱਚ ਸਾਡਾ ਮਨ ਉਹਨਾਂ ਨਾਲ ਹੋਰ ਵੀ ਲੀਨ ਹੋ ਜਾਂਦਾ ਹੈ ਜਿੰਨੇ ਛੋਟੇ ਬੱਚਿਆਂ ਨੂੰ ਮਿੱਟੀ ਦੇ ਖਿਡੌਣਿਆਂ ਨਾਲ ਖੇਡਣ, ਕਾਗਜ਼ ਦੀ ਕਸ਼ਤੀ ਬਣਾਉਣ ਲਈ ਲੱਗਦੇ ਹਨ। ਬਰਫ਼ ਚਾਂਦੀ ਨਹੀਂ ਹੈ, ਇਹ ਗੱਲ ਮਾਨਣ ਵਿੱਚ ਬੱਚਿਆਂ ਦਾ ਸਮਾਧਾਨ ਹੋ ਗਿਆ ਸੀ, ਪਰ ਸਾਡੇ ਇਸ ਭੁਲੇਖੇ ਨੂੰ ਕੌਣ ਦੂਰ ਕਰ ਸਕਦਾ ਹੈ ਕਿ ਲਾਲਸਾ ਅਤੇ ਕਾਮ ਵਾਸਨਾ ਜੀਵਨ ਦਾ ਟੀਚਾ ਨਹੀਂ ਹੈ। ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੱਡੇ ਸਾਧਨਾਂ ਤੇ ਜ਼ੋਰ ਦੇਣ ਦੀ ਵੱਡੀ ਲੋੜ ਨਹੀਂ ਹੈ ਜਿਵੇਂ ਕਿ ਸਮਝਿਆ ਜਾਂਦਾ ਹੈ। ਜਦੋਂ ਕਿ ਮਨੁੱਖ ਸਧਾਰਨ ਸੰਦਾਂ ਨਾਲ ਆਪਣੇ ਗੁਜ਼ਾਰੇ ਦੇ ਸਾਧਨਾਂ ਨੂੰ ਇਕੱਠਾ ਕਰਕੇ ਸ਼ਾਂਤੀ ਨਾਲ ਰਹਿ ਸਕਦਾ ਹੈ। ਅਜਿਹਾ ਲੱਗਦਾ ਹੈ ਕਿ ਅਸੰਤੁਸ਼ਟੀ ਇੱਕ ਪ੍ਰਵਿਰਤੀ ਹੈ ਜਿਸ ਦਾ ਸੰਬੰਧ ਸਾਧਨਾ ਨਾਲ ਨਹੀਂ ਸਗੋਂ ਲਾਲਸਾ ਨਾਲ ਸੰਬੰਧਿਤ ਹੈ। ਲਾਲਸਾ ਸਾਧਨਾ ਨਾਲ ਪੂਰੀ ਨਹੀਂ ਹੁੰਦੀ, ਸਗੋਂ ਸੁਰਸਾ ਦੇ ਮੂੰਹ ਵਾਂਗ ਹੋਰ ਵੱਧ ਜਾਂਦੀ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਇਸ ਪਹਾੜੀ ਲੋਕਾਂ ਨਾਲੋਂ ਕੋਈ ਗੁਣਾ ਜ਼ਿਆਦਾ ਸੁੱਖ ਸਾਧਨ ਰੱਖਣ ਵਾਲੇ ਲੋਕ ਅਸੰਤੁਸ਼ਟ ਕਿਉਂ ਰਹਿੰਦੇ? ਜਲਦਬਾਜ਼ੀ ਨਾ ਕਰ। ਜਲਦਬਾਜ਼ੀ ਵਿੱਚ ਈਰਖਾ, ਚਿੜਚਿੜਾਪਨ, ਨਿਰਾਸ਼ਾ, ਅਸਥਿਰਤਾ, ਵਫ਼ਾਦਾਰੀ ਦੀ ਘਾਟ, ਮੰਦ ਭਾਵਨਾ ਹੁੰਦੀ ਹੈ। ਇਹਨਾਂ ਵਿਕਾਰਾਂ ਦੇ ਰਹਿੰਦੇ ਕੌਣ ਮਹਾਨ ਬਣਿਆ ਹੈ? ਸਾਧਕ ਦਾ ਪਹਿਲਾ ਗੁਣ ਧੀਰਜ ਹੈ। ਧੀਰਜ ਦੀ ਰੱਖਿਆ ਭਗਤੀ ਦੀ ਪ੍ਰੀਖਿਆ ਹੈ। ਜੋ ਬੇਸਬਰੀ ਵਾਲਾ ਹੈ ਉਹ ਅਸਫਲ ਹੋਇਆ ਹੈ। ਲੋਭ ਅਤੇ ਡਰ ਦੇ ਜਨੂੰਨ ਦੇ ਮੌਕੇ ਜੋ ਸਾਧਕ ਦੇ ਸਾਹਮਣੇ ਆਉਂਦੇ ਹਨ, ਉਹਨਾਂ ਵਿੱਚ ਸਬਰ ਤੋਂ ਇਲਾਵਾ ਹੋਰ ਕੁਝ ਨਹੀਂ ਪਰਖਿਆ ਜਾਂਦਾ ਹੈ। ਤੂੰ ਕਿਹੋ ਜਿਹਾ ਸਾਧਕ ਹੈ ਜਿਸ ਨੇ ਇਹ ਪਹਿਲਾ ਪਾਠ ਵੀ ਨਹੀਂ ਪੜ੍ਹਿਆ? ਪੁਸਤਕ ਦੇ ਕੁਝ ਬਿੰਦੂ। ਸਾਡਾ ਅਗਿਆਤਵਾਸ ਅਤੇ ਤਪੱਸਿਆ ਦਾ ਉਦੇਸ਼, ਹਿਮਾਚਲ ਵਿੱਚ ਦਾਖਲ ਹੋਣਾ, ਪ੍ਰਕਿਰਤੀ ਦਾ ਰੁਦਰਾਭਿਸ਼ੇਕ, ਸੁਨਸਾਨ ਦੇ ਸਹਿਚਰ, ਵਿਸ਼ਵ ਸਮਾਜ ਦੀ ਸਦਸਥਤਾ, ਸਾਡੇ ਜੀਵਨ ਸਾਧਨਾ ਦੇ ਗੂੜੇ ਪਹਿਲੂ, ਸਾਡੀ ਦਿਸਦੀ ਜ਼ਿੰਦਗੀ ਦੀਆਂ ਅਦਿੱਖ ਅਨੁਭੂਤੀਆਂ।